In our first part, we have discussed the question answers as well as we have read the whole chapter. ਸਾਰਾ ਦਾ ਸਾਰਾ ਅਸੀਂ ਪਾਠ ਵੀ ਪੜਿਆ ਔਰ ਉਹਦੇ ਨਾਲ ਨਾਲ ਅਸੀਂ question answers ਵੀ discuss ਕੀਤੇ ਤੇ ਹੁਣ ਇਸ ਪਾਠ ਵਿੱਚ ਬੇਟਾ ਤੁਹਾਡੀ playing ਕਬੱਡੀ ਦੇ ਤੁਹਾਨੂੰ ਬਾਕੀ ਜਿਹੜੀ exercises ਹੈ we'll discuss that ਅਸੀਂ ਉਹ exercises ਨੂੰ ਹੁਣ discuss ਕਰਾਂਗੇ. Your fourth activity is select the correct word from the box given below and write it in the given space. ਜਿਹੜਾ ਤੁਹਾਨੂੰ ਜਗ੍ਹਾ ਦਿੱਤੀ ਗਈ ਹੈ ਤੁਹਾਡੀ ਬੁੱਕਸ ਵਿੱਚ ਵੀ ਉੱਥੇ ਤੁਸੀਂ ਆ ਸ਼ਬਦ ਕਈ ਦਿੱਤੇ ਗਏ ਹੈ draw, court, stands, referee, pitch, court, whistle, spectator, umpire, pavilion. ਇਹ ਸ਼ਬਦਾਂ ਨੂੰ ਤੁਸੀਂ ਦੇਖਣਾ ਹੈ ਕਿ ਕਿਹਦੇ ਨਾਲ ਮਤਲਬ ਜਿਵੇਂ ਤੁਸੀਂ ਕਰਦੇ ਹੋ ਨਾ ਕਿ ਬਹੁਤ ਸਾਰੇ ਸ਼ਬਦਾਂ ਵਾਸਤੇ ਇੱਕ ਸ਼ਬਦ ਇਹ ਸੇਮ ਉਸੇ ਤਰ੍ਹਾਂ ਹੈ ਤੁਹਾਨੂੰ ਦਿੱਤਾ ਗਿਆ ਹੈ ਇੱਥੇ ਮੀਨਿੰਗ ਦਿੱਤਾ ਗਿਆ ਉਹਦੇ ਵਾਸਤੇ ਤੁਸੀਂ ਇੱਕ ਸ਼ਬਦ ਲਿਖਣਾ ਹੈ ਪਹਿਲਾ this is where you bat and ball in cricket ਕਿੱਥੇ ਬੈਟ ਔਰ ਬਾਲ ਨਾਲ ਖੇਲਦੇ ਹੋ pitch. This is where you can play basketball. ਇਹ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਬਾਸਕਟਬਾਲ ਖੇਲਦੇ ਹੋ ਬਾਸਕਟਬਾਲ ਦੀ ਕੀ ਹੁੰਦੀ ਹੈ ਕੋਰਟ. This person watches a game or a match. ਤੁਸੀਂ ਜਦੋਂ ਜਿਹੜੇ ਚਾਹੇ ਤੁਸੀਂ ਹੋ ਚਾਹੇ ਮੈਂ ਆ ਜਦੋਂ ਕਿਸੇ ਖੇਡ ਨੂੰ ਦੇਖਣ ਲਈ ਬਹਿੰਦੇ ਆ ਜਾਂ ਮੈਚ ਨੂੰ ਦੇਖਣ ਲਈ ਬਹਿੰਦੇ ਆ ਤਾਂ ਉਸ ਨੂੰ ਕੀ ਕਹਿੰਦੇ ਆ spectator. This is something that makes a loud noise. ਕੋਈ ਅਜਿਹੀ ਚੀਜ਼ ਗਰਾਊਂਡ 'ਚ ਹੁੰਦੀ ਹੈ ਜਿਹੜੀ ਬਹੁਤ ਜ਼ਿਆਦਾ ਤੇਜ਼ ਆਵਾਜ਼ ਕਰਦੀ ਉਹ ਹੁੰਦੀ ਹੈ whistle yani city. Next, this is the result of a match in which neither side wins. ਇਹ ਅਜਿਹਾ ਕਿਸੇ ਵੀ ਮੈਚ ਦਾ ਅਜਿਹਾ ਨਤੀਜਾ ਹੁੰਦਾ ਜਿਹਦੇ 'ਚ ਕੋਈ ਵੀ ਟੀਮ ਜੇਤੂ ਨਹੀਂ ਹੁੰਦੀ ਉਸ ਨੂੰ ਕੀ ਕਹਿੰਦੇ ਆ ਅਜਿਹੇ ਨਤੀਜੇ ਨੂੰ draw. This is someone who judges the performance of a player. ਇਹ ਕੋਈ ਅਜਿਹਾ ਬੰਦਾ ਹੁੰਦਾ ਹੈ ਜਿਹੜਾ ਕਿਸੇ ਵੀ ਪਲੇਅਰ ਨੇ ਕਿਵੇਂ ਕੀਤਾ ਹੈ ਉਹਨੇ ਵਧੀਆ ਕੀਤਾ ਘਟੀਆ ਕੀਤਾ ਉਹਨੂੰ ਜੱਜ ਕਰਦਾ ਹੈ ਤਾਂ ਉਹਨੂੰ ਅਸੀਂ ਕਹਿੰਦੇ ਆ ਰੈਫਰੀ. This is where you sit or stand to watch a match. ਤੁਸੀਂ ਜਿੱਥੇ ਬਹਿੰਦੇ ਹੋ ਜਾਂ ਉੱਠਦੇ ਹੋ ਕਿਸੇ ਵੀ ਮੈਚ ਨੂੰ ਦੇਖਣ ਵਾਸਤੇ ਉਹ ਜਗ੍ਹਾ ਨੂੰ ਕੀ ਕਹਿੰਦੇ ਆ stands. This is someone who teaches you how to play a sport. ਜਿਹੜੇ ਤੁਹਾਨੂੰ ਸਿਖਾਉਂਦੇ ਨੇ ਕਿ ਕਿਸੇ ਵੀ ਗੇਮ ਨੂੰ ਕਿਵੇਂ ਖੇਲਣਾ ਹੈ ਉਹਨੂੰ ਕੀ ਕਹਿੰਦੇ ਆ ਅਸੀਂ ਕੋਚ. This person makes sure that rules are followed on the cricket ground. ਇਹ ਅਜਿਹਾ ਕੋਈ ਇਨਸਾਨ ਹੁੰਦਾ ਹੈ ਜਿਹੜਾ ਇਸ ਚੀਜ਼ ਨੂੰ ਬਿਲਕੁਲ ਸਹੀ ਤਰੀਕੇ ਨਾਲ ਜੱਜ ਕਰਦਾ ਹੈ ਕਿ ਕ੍ਰਿਕਟ ਦੇ ਗਰਾਊਂਡ ਦੇ ਉੱਤੇ ਰੂਲ ਜਿਹੜੇ ਕਾਨੂੰਨ ਹੈ ਉਹ ਫੋਲੋ ਹੋ ਰਹੇ ਹੈ ਕਿ ਨਹੀਂ ਯਾਨੀ ਗੇਮ ਜਿਹੜੀ ਹੈ ਰੂਲ ਮੁਤਾਬਕ ਖੇਲੀ ਜਾ ਰਹੀ ਹੈ ਕਿ ਨਹੀਂ ਉਹਨੂੰ ਕਹਿੰਦੇ ਆ ਅੰਪਾਇਰ. This is the place where players rest and get ready for the game. ਇਹ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਪਲੇਅਰ ਰੈਸਟ ਵੀ ਕਰਦੇ ਆ ਔਰ ਕੋਈ ਵੀ ਗੇਮ ਖੇਲਣ ਵਾਸਤੇ ਤਿਆਰ ਵੀ ਹੋ ਕੇ ਆਉਂਦੇ ਆ ਉਸ ਜਗ੍ਹਾ ਨੂੰ ਕਹਿੰਦੇ ਆ pavilion. Next, fifth activity, beta you have to fill the proper article and the choice is between a and n. A or n article ਵਿੱਚੋਂ ਤੁਸੀਂ article ਇੱਥੇ ਭਰਨੇ ਆ. ਇਹ ਆਰਟੀਕਲ ਤੁਹਾਨੂੰ ਵੀ ਪਤਾ ਹੈ ਬੇਟਾ ਸਿੰਗੂਲਰ ਨਾਉਨ ਦੇ ਮੂਰੇ ਤੁਸੀਂ ਇਹ ਆਰਟੀਕਲ ਲਗਾਉਂਦੇ ਹੋ ਔਰ ਐਨ ਆਰਟੀਕਲ ਲਗਾਉਂਦੇ ਹੋ ਜਦੋਂ ਜਿਹੜੇ ਨਾਉਨ ਜਿਹੜੇ ਸਿੰਗੂਲਰ ਨਾਉਨ ਤੇ ਹੋਣ ਲੇਕਿਨ ਉਹਨਾਂ ਦੀ ਜਿਹੜੀ ਮੂਰਲੇ ਸ਼ਬਦ ਦੀ ਸਾਊਂਡ ਹੈ ਉਹ ਏ ਈ ਆਈ ਓ ਯੂ ਵਾਲੀ ਹੋਵੇ ਯਾਨੀ ਯੂ ਵੀ ਯੇ ਦੀ ਸਾਊਂਡ ਨਹੀਂ ਕੱਢੇਗਾ ਔਰ ਆੜੇ ਦੀ ਸਾਊਂਡ ਕੱਢੇਗਾ ਜਿਵੇਂ ਅੰਬਰੇਲਾ ਐਨ ਅੰਬਰੇਲਾ ठीक है ते ए आड़ा ऊड़ा ईड़ी ठीक है होड़े एदी साउंड होए तां ओदे मूरे आपां की लाउने आ एन उस वर्ड दे मूरे एन लगदा है बाकी सिंगुलर नाउन दे मूरे ए लगदा है. मे आई हैव एन ओ है देखो ओ साउंड है तो एन लग्या मूरे मे आई हैव एन ऑरेंज प्लीज. कबड्डी इज अ टीम गेम ਤੁਹਾਡਾ ਕੌਨਸੋਨੈਂਟ ਸਾਊਂਡ ਹੈ ਟੀ तो ए लगे है सिंगुलर है. एन आउल आउल आड़े दी साउंड है तो एन लगे है is an intelligent bird. The soldier lost an eye. आई दी आई दे मूरे
आड़े दी साउंड है तो एन लगेगा, एन आई इन द वॉर। अ फ्लाई इज एन इंसेक्ट, इन ईडी दी साउंड है तो एन लग गया है। एन एप्पल इज अ हेल्दी फ्रूट, एप्पल आड़े दी साउंड है बेटा तो एन लग गया है। एन एप्पल इज इथे सिंगुलर ਤੁਹਾਡਾ कॉन्सोनेंट है एच, हेल्दी हाई दी साउंड है तो ए लग गया है। A cow is a domestic animal, an elephant फिर ए दी साउंड है ਤੁਹਾਡੇ तो एन लग गया है। An elephant has a long trunk। नेक्स्ट आ जाओ, ਤੁਹਾਡੇ ਵੈਸੇ ਤੇ ਇੰਗਲਿਸ਼ ਲਿਟਰੇਚਰ ਸੌਰੀ ਇੰਗਲਿਸ਼ ਗ੍ਰਾਮਰ ਚ ਤਿੰਨ ਆਰਟੀਕਲ ਹੈ, ਏ ਐਨ ਐਂਡ ਦ। ਏ ਔਰ ਐਨ ਦੀ ਯੂਸੇਜ ਤਾਂ ਅਸੀਂ ਦੇਖ ਲਈ। ਦ ਅਗਰ ਕੋਈ ਚੀਜ਼ ਦੁਬਾਰਾ ਕੋਈ ਨਾउन ਦੁਬਾਰਾ ਰਿਪੀਟ ਹੋਇਆ ਹੈ ਤਾਂ ਉਹਦੇ ਮੂਰੇ ਦ ਲੱਗੇਗਾ। ਸੁਪਰਲੇਟਿਵ ਡਿਗਰੀ ਜਿਹੜੀ ਡਿਗਰੀ ਆਫ ਐਡਜੈਕਟਿਵ ਹੈ ਤੁਹਾਡੀ, ਅਗਰ ਸੁਪਰਲੇਟਿਵ ਡਿਗਰੀ ਹੈ ਜਿਵੇਂ ਗੁੱਡ ਬੈਟਰ ਬੈਸਟ, ਹਾਈ ਹਾਇਰ ਹਾਈਐਸਟ ਤਾਂ ਦ ਲੱਗੇਗਾ ਉਹਦੇ ਮੂਰੇ। ਉਸ ਤੋਂ ਬਾਅਦ ਜਿਹੜੀਆਂ ਖਾਸ ਬਿਲਡਿੰਗਸ ਹੈ ਜਾਂ ਖਾਸ ਚੀਜ਼ਾਂ ਹੈ ਉਹਨਾਂ ਮੂਰੇ ਵੀ ਦ ਆਰਟੀਕਲ ਦਾ ਇਸਤੇਮਾਲ ਹੁੰਦਾ ਹੈ। देखो संजय lives in a small house, it is an old house but Sanjay is very happy there। the house देखो दोबारा रिपीट होया हुन house, the house has a nice garden with a mango tree in the center। हुन किसी खास जगह वाल इशारा कर रहे हो, सेंटर ए सेंटर नहीं किथे the center। नेक्स्ट राइट आर्टिकल ਤੁਸੀਂ ਇਹਦੇ ਚ ਤਿੰਨ ਆਰਟੀਕਲ ਦਿੱਤੇ ਗਏ ਆ ਹਰ ਇੱਕ ਸੈਂਟੈਂਸ ਚ, ਤੁਹਾਨੂੰ ਤਿੰਨ ਤਿੰਨ ਆਰਟੀਕਲ ਦਿੱਤੇ ਗਏ ਆ ਤਾਂ ਤੁਸੀਂ ਉਹਦੇ ਚੋਂ ਕਿਸੇ ਇੱਕ ਨੂੰ ਚੂਜ਼ ਕਰਨਾ ਹੈ, ਚਾਹੇ ਟਿਕ ਲਗਾ ਦਿਓ ਚਾਹੇ ਉਹਨੂੰ ਹਾਈਲਾਈਟ ਕਰ ਦਿਓ। ਮਾਈ ਮਦਰ ਇਜ਼ ਅ ਡਾਕਟਰ, ਕਿਉਂਕਿ डॉक्टर ਦੇ ਮੂਰੇ ਆਰਟੀਕਲ ਕੀ ਲੱਗੇਗਾ ए, ना एन ना द। माई मदर इज अ डॉक्टर एंड माई फादर इज एन ऑथर, एन ऑथर। Raghav recommended a good dentist but the dentist hun dobara aa gaya kyunki dentist, the dentist doesn't have the time for the next 2 months। next Mount Everest देखो खास पीक है ਤੁਹਾਡੀ चोटी, खास चोटी है। Mount Everest is the highest, मैं पहले भी क्या बेटा सुपरलेटिव डिग्री भी है उंज भी खास है। माउंट एवरेस्ट इज द हाईएस्ट पीक इन द वर्ल्ड, इट इज अ वेरी ब्यूटीफुल माउंटेन। उमा रिकमेंडेड अ बुक टू बबली, शी डिडंट लाइक द बुक एट ऑल। बुक दोबारा रिपीट हो गया, पहले अ बुक फिर द बुक। डू यू हैव अ वैक्यूम क्लीनर, I dropped a piece of cake on my carpet and I need to clean it up। Rosie, where is the leash? I have to take the dog for a walk। The dog ਇਸ ਵਾਸਤੇ ਆਇਆ ਬੇਟਾ, ਕੋਈ ਆਮ ਕੁੱਤੇ ਦੀ ਗੱਲ ਉਹ ਨਹੀਂ ਕਰ ਰਿਹਾ, ਉਹ ਡੌਗ ਦੀ ਗੱਲ ਕਰ ਰਿਹਾ ਜਿਹੜਾ ਖਾਸ ਉਹਨਾਂ ਨੇ ਆਪਣੇ ਘਰ ਚ ਰੱਖਿਆ ਤਾਂ ਦ ਆਏਗਾ। The dog for a walk, I can't find it, it was in the balcony but now it is not there। Where is the dictionary, I need to look up a word in it। Do you have a passport, you need the passport। दोबारा रिपीट होया है तो ये मतलब स्पेसिफाई कर रहे हो किसी चीज ਨੂੰ। the passport to travel outside a country, किसी भी देश ਦੇ ਬਾਹਰ ਜਾਣਾ ਹੋਵੇ ਤਾਂ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ। there is a big dog in the lawn, I think the dog wants something to eat। do you have a laptop, yes I have a laptop and an iPad। ਹੁਣ ਤੁਸੀਂ ਕਹੋਗੇ ਮੈਡਮ ਇੱਥੇ ਤਾਂ ਦਾ ਲਾਇਆ ਨਹੀਂ ਦੁਬਾਰਾ ਵਾਲੇ ਚ, ਬੇਟਾ ਇਸ ਵਾਸਤੇ ਨਿਗਾਇਆ ਡੂ ਯੂ ਹੈਵ ਅ ਲੈਪਟਾਪ, ਕਿ ਤੁਹਾਡੇ ਕੋਲ ਇੱਕ ਲੈਪਟਾਪ ਹੈਗਾ ਤਾਂ ਤੁਸੀਂ ਇਹ ਨਹੀਂ ਕਹੋਗੇ ਕਿ ਸਪੈਸੀਫਾਈ ਕਿਸੇ ਚੀਜ਼ ਨੂੰ ਨਹੀਂ ਕਰ ਰਹੇ, ਤੁਸੀਂ ਕਹਿ ਰਹੇ ਹੋ ਹਾਂ ਮੇਰੇ ਕੋਲ ਇੱਕ ਲੈਪਟਾਪ ਹੈਗਾ ਔਰ ਮੇਰੇ ਕੋਲ ਇੱਕ ਆਈਪੈਡ ਵੀ ਹੈ, ਐਨ ਆਈਪੈਡ।
Next, pick out the suitable words from the lesson for the following expression. Egg ਦੇ ਵਰਗੀ shape ਕੀ ਹੁੰਦੀ ਹੈ? Oval. A shape like an egg, oval. Someone who visits a person or a place, ਜਿਹੜਾ ਕਿਸੇ ਨੂੰ ਮਿਲਣ ਜਾਂਦਾ ਹੈ ਜਾਂ ਕਿਸੇ ਜਗ੍ਹਾ ਤੇ ਘੁੰਮਣ ਜਾਂਦਾ ਹੈ, ਉਹਨੂੰ ਕੀ ਕਹਿੰਦੇ ਆ? Visitor. ਉਹਦੇ ਵਾਸਤੇ ਕੀ ਸ਼ਬਦ ਇਸਤੇਮਾਲ ਕਰਨੇ ਆ? Visitor. Group of people playing together, ਜਿਹੜੇ ਲੋਕ ਇਕੱਠੇ ਹੋ ਕੇ ਖੇਡਦੇ ਆ ਤੇ ਉਹਨਾਂ ਨੂੰ ਕੀ ਕਹਿੰਦੇ ਆ? Team. Based on your reading of the chapter, complete the following sentences. ਆਪਣੀ ਰੀਡਿੰਗ ਜਿਹੜਾ ਤੁਸੀਂ ਵੀ ਪਾਠ ਪੜਿਆ ਉਹਦੇ ਹਿਸਾਬ ਨਾਲ ਇੱਕ sentences ਨੂੰ complete ਕਰੋ. In kabaddi, a line is drawn to divide the two teams. Kabaddi can be played between two teams. A kabaddi player needs to be quick and fast on his or her feet. Next, beta, here some words have been given to you in the boxes. Boxes ਕੁਝ ਸ਼ਬਦ ਦਿੱਤੇ ਗਏ ਆ, ਤੁਸੀਂ meaningful words ਇਸ ਤੋਂ ਬਣਾਉਣੇ ਆ। ਤਾਂ ਦੇਖੋ ਇਹਦੇ ਵਿੱਚ ਤੁਸੀਂ ਮਤਲਬ ਇੱਧਰ ਜਿਹੜੇ ਤਾਂ ਤੁਹਾਡੇ horizontal column 'ਚ ਹੈ, ਯਾਨੀ ਤੁਸੀਂ left to right ਜਾਂਦੇ ਹੋਏ ਅਗਰ ਕੋਈ ਸ਼ਬਦ ਬਣ ਰਿਹਾ ਉਹਦੇ ਵਾਸਤੇ ਉਹ ਉੱਪਰ ਲਿਖੇ ਹੋਏ ਹੈ, ਤੁਸੀਂ ਦੇਖੋ। ਔਰ ਜਿਹੜੇ ਸ਼ਬਦ ਤੁਹਾਡੇ vertically ਹੈ, ਯਾਨੀ ਉੱਪਰੋਂ ਦੀ ਨੀਚੇ ਤੱਕ ਕੋਈ ਸ਼ਬਦ ਬਣ ਰਿਹਾ ਤਾਂ ਉਹ ਜਿਹੜੇ ਆ ਤੁਹਾਨੂੰ ਉਸ ਹਿਸਾਬ ਨਾਲ vertically ਲਿਖੇ ਹੋਏ ਹੈ। ਇਧਰੋਂ ਪਹਿਲਾ ਸ਼ਬਦ ਬਣਿਆ ਹੋਇਆ ਤੁਹਾਡਾ ਸੈਂਚੁਰੀ, ਫਿਰ ਬਣਿਆ ਹੋਇਆ ਤੁਹਾਡਾ ਪੈਨਲਟੀ ਕਾਰਨਰ, ਫਿਰ ਬਣਿਆ ਤੁਹਾਡਾ ਕ੍ਰਿਕਟ, ਫਿਰ ਬਣਿਆ ਤੁਹਾਡਾ ਵਰਡ ਇਹ ਦੇਖੋ ਪਿਚ, PITCH। ਉਸ ਤੋਂ ਬਾਅਦ ਆ ਗਿਆ ਤੁਹਾਡਾ ਇੱਧਰ ਦੇਖੋ ਕਬੱਡੀ, ਸਕੋਰ, soccer, referee, right? Next आ जाओ, Rohit and his father go to a zoo. There are a lot of animals there. Read the conversation between Rohit and his father at the zoo. Rohit, Papa, is that a lion? उन्हें देखो picture देखिए उत्थे उन्हें live देखिया होना। Father कहना no Rohit, it is not. Look again, a lion doesn't have spots on it. Lion ਦੇ ਉੱਤੇ ਸ਼ੇਰ ਦੇ ਸ਼ਰੀਰ ਤੇ ਕੋਈ ਵੀ ਤਰ੍ਹਾਂ ਦੇ ਸਪੌਟਸ ਨਹੀਂ ਹੁੰਦੇ। It has ਅਮੇਨੇ, ਠੀਕ ਹੈ, ਉਹਦੇ ਬਾਲ ਹੁੰਦੇ ਆ। ਰੋਹਿਤ, oh, I know what it is. ਹੁਣ ਮੈਨੂੰ ਪਤਾ ਹੈ ਇਹ ਕੀ ਹੈ। ਬੇਟਾ ਕਹਿ ਰਿਹਾ ਰੋਹਿਤ, it is a leopard. ਇਹ ਇੱਕ ਚੀਤਾ ਹੈ। ਫੋਟੋ ਵੀ ਦਿਖ ਰਹੀ ਹੈ ਬੇਟਾ। Father, you are right. Father ਕਹਿ ਰਹੇ ਹੈ ਤੂੰ ਬਿਲਕੁਲ ਠੀਕ ਹੈ ਰੋਹਿਤ, it is a leopard. ਇਹ ਲੈਪਰਡ ਹੈ। ਹੁਣ ਤੁਸੀਂ ਇਸ ਕਨਵਰਸੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਬੇਟਾ ਨੈਕਸਟ ਕਨਵਰਸੇਸ਼ਨ ਖੁਦ now replace the words in bold with the words from the box. Box 'ਚ ਤੁਹਾਨੂੰ ਕੁਝ ਸ਼ਬਦ ਦਿੱਤੇ ਗਏ ਹੈ, ਉਹਦੇ ਵਿੱਚੋਂ ਤੁਸੀਂ ਸ਼ਬਦ ਚੂਜ਼ ਕਰਕੇ ਇੱਥੇ ਲਿਖਣੇ ਹੈ। a fox, a wolf, a bushy tail, right? ਰੋਹਿਤ ਪੁੱਛ ਰਿਹਾ ਆਪਣੇ ਪਾਪਾ ਨੂੰ, ਰੋਹਿਤ ਪਾਪਾ is that a fox? ਪਿਕਚਰ ਤੁਹਾਨੂੰ ਦਿੱਤੀ ਗਈ ਹੈ, ਪਾਪਾ ਨੂੰ ਪੁੱਛ ਰਿਹਾ is that a fox? ਫਾਦਰ ਕਹਿੰਦੇ ਆ no ਰੋਹਿਤ it is not. ਇਹ ਰੋਹਿਤ ਫੌਕਸ ਨਹੀਂ ਹੈ, ਲੋਮੜੀ ਨਹੀਂ ਹੈ। look again, ਦੁਬਾਰਾ ਦੇਖ, a fox does not have a bushy tail. ਇੱਕ ਲੋਮੜੀ ਦੀ ਇਸ ਤਰ੍ਹਾਂ ਦੀ ਬੁਸ਼ ਵਾਲੀ ਟੇਲ ਨਹੀਂ ਹੁੰਦੀ, ਆ ਜਿਹੜੀ ਝਾੜੀਆਂ ਵਰਗੀ ਜਿਹੜੀ ਪੂੰਛ ਆ ਉਹ ਨਹੀਂ ਹੁੰਦੀ। ਰੋਹਿਤ, I know what it is. ਮੈਨੂੰ ਹੁਣ ਪਤਾ ਚੱਲ ਗਿਆ ਇਹ ਕੀ ਹੈ। it is a wolf. ਇਹ ਇੱਕ ਭੇੜੀਆ ਹੈ। Father, that is right. ਇਹ ਬਿਲਕੁਲ ਠੀਕ ਗੱਲ ਹੈ ਰੋਹਿਤ, it is a wolf. Father ਕਹਿ ਰਹੇ ਹੈ ਕਿ ਹਾਂ ਇਹ ਭੇੜੀਆ ਹੀ ਹੈ। Next, ਤੁਹਾਨੂੰ ਕੁਝ hints ਦਿੱਤੇ ਗਏ ਆ, ਉਹਦੇ ਬੇਸ ਦੇ ਉੱਤੇ ਤੁਸੀਂ ਇੱਕ ਜਿਹੜਾ ਹੈ ਕੰਪੋਜੀਸ਼ਨ ਲਿਖਣੀ ਹੈ, ਯਾਨੀ ਇੱਕ ਰਾਈਟਿੰਗ ਲਿਖਣੀ ਹੈ। ਕਿਹਦੇ ਉੱਤੇ ਲਿਖਣੀ ਹੈ? the game I love to play. ਯਾਨੀ ਮੈਂ ਜਿਹੜੀ ਗੇਮ ਖੇਡਣੀ ਪਸੰਦ ਕਰਦਾ ਉਹਦੇ ਉੱਤੇ ਕੁਝ ਲਾਈਨਾਂ ਤੁਸੀਂ ਲਿਖਣੀਆਂ ਨੇ। ਦੇਖੋ ਤੁਹਾਨੂੰ ਹਿੰਟਸ ਕੀ ਦਿੱਤੇ ਗਏ ਆ, ਤੁਹਾਨੂੰ ਕੁਝ ਸ਼ਬਦ ਦਿੱਤੇ ਗਏ ਆ। ਹੌਬੀ, ਇੰਜੋਇਮੈਂਟ, ਹੈਲਥ ਐਂਡ ਫਿਟਨੈਸ, એનર્ਜੀ, ਸਟੈਮਿਨਾ, strength, strong, team, game, field, ground, court and concentration. ਇਹ ਸ਼ਬਦਾਂ ਨੂੰ ਯੂਜ਼ ਕਰਕੇ, ਵਰਡਸ ਨੂੰ ਯੂਜ਼ ਕਰਕੇ
ਤੁਸੀਂ ਸੈਂਟੈਂਸ ਬਣਾਉਣੇ ਹੈ ਔਰ ਤੁਹਾਡੀ ਕੰਪੋਜੀਸ਼ਨ ਬਣ ਜਾਏਗੀ the game I love to play. Playing cricket is my hobby. It gives me enjoyment. I play it for better health and fitness. It improves energy and stamina. It gives me strength. It is a team game. It is played on the ground. कुछ शब्द यूज करके मैं कर ली है. It needs concentration ਤੁਸੀਂ ਕਹਿ ਸਕਦੇ ਹੋ. ਠੀਕ ਹੈ, तो ਤੁਹਾਨੂੰ ਹੋਰ ਵੀ ਜੇ 2 ਲਾਈਨਸ ਤੁਸੀਂ ਐਡ ਕਰ ਸਕਦੇ ਹੋ ਤੇ ਕਰ ਸਕਦੇ ਹੋ. Next one is read the following information about kabaddi. One of the favorite games of Punjab. 7 members in each team. Requires strength and energy. One needs to be quick. One has to come back to the team without being touched. Using the above information, write 60 to 70 words on kabaddi. Write neatly, leave space between each word. यानी कि ऊपर hints ਦਿੱਤੇ ਗਏ हैं. ਉਹ ਹਿੰਟਸ ਨੂੰ ਦੇਖਦੇ ਹੋਏ ਤੁਸੀਂ ਕਬੱਡੀ ਗੇਮ ਦੇ ਉੱਤੇ 60 ਤੋਂ 70 ਸ਼ਬਦਾਂ ਦਾ ਇੱਕ ਪੈਰਾਗ੍ਰਾਫ ਲਿਖਣਾ ਹੈ. ਨੋਟ ਕਰ ਸਕਦੇ ਹੋ. ਕਬੱਡੀ is one of the favorite games of Punjab. It is a team game. There are 7 members in each team. A player requires strength and energy. One needs to be quick on feet while playing kabaddi. One has to come back to team without being touched by the members of opposite team. It has declared international game since 2004. ਇਸ ਤੋਂ ਇਲਾਵਾ ਅਗਰ ਤੁਹਾਡੇ ਮਨ 'ਚ ਕਬੱਡੀ ਬਾਰੇ ਕੋਈ ਖਿਆਲ ਆ ਰਿਹਾ ਹੈ ਕਿ ਕਿਸ ਤਰ੍ਹਾਂ ਕੋਈ ਕਬੱਡੀ ਦਾ ਪਲੇਅਰ, ਤੁਸੀਂ ਪਹਿਲੇ ਕੁਐਸਚਨ ਆਨਸਰਸ 'ਚ ਕਰ ਚੁੱਕੇ ਹੋ, ਕਿਸ ਤਰ੍ਹਾਂ ਕਬੱਡੀ ਦੀ ਗੇਮ 'ਚ ਕੋਈ ਪਲੇਅਰ ਆਊਟ ਹੁੰਦੇ ਹੈ, ਕਿਹੜੀ ਟੀਮ ਕਿਸ ਤਰ੍ਹਾਂ ਜੇਤੂ ਹੁੰਦੀ ਹੈ, ਇਹ ਸਭ ਤੁਸੀਂ ਇਸ 'ਚ ਹੋਰ ਵੀ ਲਾਈਨਸ ਐਡ ਕਰ ਸਕਦੇ ਹੋ ਅਗਰ ਤੁਹਾਨੂੰ ਸੂਟੇਬਲ ਲੱਗਦਾ ਹੈ. ਥੈਂਕ ਯੂ ਸੋ ਮਚ. ਇੱਥੇ ਬੇਟਾ ਤੁਹਾਡਾ ਜਿਹੜਾ ਚੈਪਟਰ ਹੈ ਉਹ ਬਿਲਕੁਲ ਖਤਮ ਹੋ ਜਾਂਦਾ ਹੈ. ਤਾਂ ਤੁਸੀਂ ਮੇਰੇ ਖਿਆਲ 'ਚ ਇਹ ਚੈਪਟਰ ਨੂੰ ਅੱਛੇ ਨਾਲ ਰੀਡ ਵੀ ਕਰੋਗੇ ਔਰ ਉਹਦੇ ਨਾਲ ਨਾਲ ਇਹਦੀ ਐਕਸਰਸਾਈਜ਼ਸ ਨੂੰ ਦੇਖ ਕੇ ਵੀਡੀਓ 'ਚੋਂ ਕੰਪਲੀਟ ਵੀ ਕਰੋਗੇ.